रोहतक ਦੇ ਵਿੱਚ ਪਿਛਲੇ ਦਿਨੀ ਲਾਠੀਚਾਰਜ ਕੀਤਾ ਗਿਆ ਕਿਸਾਨਾਂ ਦੇ ਉੱਤੇ, ਕਈ ਕਿਸਾਨ ਜ਼ਖਮੀ ਵੀ ਹੋਏ ਆ। ਉਹਦੇ ਵਿਰੋਧ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਮੇਨ ਪੰਚਮੁਖੀ ਚੌਂਕ ਦੇ ਵਿੱਚ ਪੁਤਲਾ ਫੂਕਿਆ ਗਿਆ ਮਨੋਹਰ ਲਾਲ ਖੱਟੜ ਦਾ। बीजेपी सरकार मुर्दाबाद 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 लाठी गोली की सरकार मुर्दाबाद 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 लाठी गोली की सरकार नहीं चलेगी नहीं चलेगी नहीं चलेगी लाठी गोली की सरकार नहीं चलेगी नहीं चलेगी नहीं चलेगी इनकलाब जिंदाबाद। ਕੱਲ ਰੋਹਤਕ ਦੇ ਵਿੱਚ ਕਿਸਾਨ ਅੰਦੋਲਨ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਸੀ। ਉਹ ਵਿਰੋਧ ਦੇ ਦੌਰਾਨ ਉੱਥੇ ਲਾਠੀਚਾਰਜ ਹੋਇਆ ਤੇ ਕਈ ਕਿਸਾਨ ਜ਼ਖਮੀ ਵੀ ਹੋਏ ਆ। ਉਹਦੇ ਬਾਰੇ ਇਹ ਸ਼ਾਇਦ ਪਹਿਲਾ ਅੰਦੋਲਨ ਹੈ ਜਿਹਦੇ ਵਿੱਚ ਲੋਕ ਸ਼ਾਂਤ ਰਹਿ ਰਹੇ ਨੇ, ਸ਼ਾਂਤ ਰਹਿ ਕੇ ਅੰਦੋਲਨ ਕਰਨਾ ਚਾਹੁੰਦੇ ਨੇ ਤੇ ਸਰਕਾਰ ਚਾਹੁੰਦੀ ਹੈ ਕਿ ਅੰਦੋਲਨ ਉਗਰ ਹੋਵੇ। ਵਾਰ-ਵਾਰ ਲੋਕਾਂ ਨੂੰ ਉਕਸਾਰੀ ਹੈ ਕਿ ਅੰਦੋਲਨ ਜ਼ਿਆਦਾ ਤੋਂ ਜ਼ਿਆਦਾ ਉਗਰ ਹੋਵੇ ਤੇ ਇਹਨੂੰ ਫੇਲ ਕਰ ਸਕਣ। ਲੋਕ ਪਹਿਲਾਂ ਵੀ ਸ਼ਾਂਤ ਸਨ, ਅੱਗੋਂ ਵੀ ਸ਼ਾਂਤ ਰਹਿਣਗੇ, ਪਰ ਇਹ ਸਰਕਾਰ ਦੀਆਂ ਚਾਲਾਂ ਨੇ ਲੋਕਾਂ ਨੂੰ ਉਕਸਾਉਣ ਲਈ। ਤੇ ਕੱਲ ਇਹਨਾਂ ਨੇ ਜਿਹੜੇ ਲੋਕ ਬੜੇ ਪੀਸਫੁਲ ਤਰੀਕੇ ਦੇ ਨਾਲ ਵਿਰੋਧ ਕਰ ਰਹੇ ਸਨ ਇਹਦਾ ਸਰਕਾਰ ਦਾ, ਤੇ ਇਹਨਾਂ ਨੇ ਉਹਨਾਂ ਤੇ ਲਾਠੀਚਾਰਜ ਕੀਤਾ, ਲੋਕਾਂ ਨੂੰ ਉਕਸਾਇਆ ਕਿ ਲੋਕ ਕੋਈ ਨਾ ਕੋਈ ਉਗਰ ਰੂਪ ਧਾਰਨ, ਪਰ ਲੋਕ ਸ਼ਾਂਤ ਸਨ, ਉਹ ਉਗਰ ਨਹੀਂ ਹੋਏ ਤੇ ਸਰਕਾਰ ਆਪਣੀ ਚਾਲ ਦੇ ਫਿਰ ਇੱਕ ਵਾਰ ਨਾਕਾਮ ਹੋਈ ਏ। ਉਸੇ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਖੱਟਰ ਸਰਕਾਰ ਦਾ ਪੁਤਲਾ ਫੂਕਿਆ ਹੈ ਤੇ ਇਹਨਾਂ ਦਾ ਅਸੀਂ ਵਿਰੋਧ ਉਸੇ ਤਰੀਕੇ ਆਪਣਾ ਜਾਰੀ ਰੱਖਾਂਗੇ। ਕਈ ਇਲਾਕੇ ਬੰਦ ਵੀ ਕੀਤੇ ਗਏ, ਜਿਵੇਂ ਰੋਹਤਕ ਵਾਲੀ ਸਾਈਡ ਸਾਰੀਆਂ ਮੇਨ ਰੋਡ ਜਾਮ ਕੀਤੇ ਗਏ ਉਦੋਂ ਕੋਈ, ਤੇ ਆਪਣੇ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ, ਅਸੀਂ ਸਿਰਫ 1 ਘੰਟੇ ਵਾਲੀ ਰੋਡ ਜਾਮ ਕਰਾਂਗੇ। ਹੁਣ ਇੱਕ ਸੰਕੇਤਕ ਕਿ ਲੋਕਾਂ 'ਚ ਅਖਰੋਸ਼ ਬਹੁਤ ਹੈ ਤੇ ਲੋਕਾਂ ਨੂੰ ਤੁਸੀਂ ਨਾ ਇਹ ਮਜਬੂਰ ਕਰੋ ਕਿ ਲੋਕ ਸੜਕਾਂ ਤੇ ਆਉਣ। ਲੋਕ ਜਿਹੜੇ ਅੰਦੋਲਨ ਲਈ ਆਪਣੇ ਸੜਕਾਂ ਤੇ ਆਏ ਨੇ, ਜਿਹੜੇ ਸਾਡੇ ਖੇਤੀ ਵਿਰੋਧੀ 3 ਬਿੱਲ ਲੈ ਕੇ ਆਈ ਸਰਕਾਰ, ਉਹਨਾਂ ਨੂੰ ਵਾਪਸ ਲਏ। ਸਾਨੂੰ ਉਹ ਬਿੱਲ ਨਹੀਂ ਚਾਹੀਦੇ, ਅਸੀਂ ਮੁੜ ਕੇ ਆਪਣੇ ਘਰੇ ਆਈਏ। ਅਸੀਂ ਸੜਕਾਂ ਜਾਮ ਕਰਨ ਦਾ ਸਾਨੂੰ ਕੋਈ ਚਾਅ ਨਹੀਂ, ਸਾਨੂੰ ਕੋਈ ਸ਼ੌਂਕ ਨਹੀਂ, ਪਰ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਅਸੀਂ ਸੜਕਾਂ ਰੋਕੀਏ। ਸਾਡਾ ਇੱਕ ਸਾਡਾ ਇੱਕ ਖੱਟਰ ਮਰ ਗਿਆ ਖੱਟਰ ਮਰ ਗਿਆ ਖੱਟਰ ਮਰ ਗਿਆ ਬੀਜੇਪੀ ਮਰ ਗਈ ਬੀਜੇਪੀ ਆਮ ਜਿਹੜੇ ਉਹਨਾਂ ਦੇ ਉੱਤੇ ਧਰਨਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਹੈ। ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਪ੍ਰੋਗਰਾਮ? 11 ਵਜੇ ਤੋਂ ਲੈ ਕੇ 5 ਵਜੇ ਤੱਕ ਹੈ ਜੀ, ਜਿਹੜਾ ਸਾਡਾ ਸੰਯੁਕਤ ਮੋਰਚੇ ਦੀ ਕਾਲ ਹੈ ਉਹਦੇ ਆਧਾਰ ਤੇ ਹੀ ਅਸੀਂ 11 ਵਜੇ ਤੋਂ ਲੈ ਕੇ 5 ਵਜੇ ਤੱਕ ਕਰਾਂਗੇ। ਹੋਰ ਅੱਗੇ ਦਾ ਵੀ ਪ੍ਰੋਗਰਾਮ? ਅੱਗੇ ਦਾ ਜਿਵੇਂ ਜਿਵੇਂ ਸਾਡੇ ਕੋਲੇ ਮਤਲਬ ਕਾਲ ਆਊਗੀ ਸੰਯੁਕਤ ਮੋਰਚੇ ਦੀ, ਉਹਦੇ ਆਧਾਰ ਤੇ ਹੀ ਅਸੀਂ ਜੋ ਵੀ ਪ੍ਰੋਗਰਾਮ ਕਰਾਂਗੇ। ਮੁਰਦਾਬਾਦ 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 ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਜੇਜੇਪੀ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਕਿਸਾਨ ਮੋਰਚੇ ਵੱਲੋਂ ਕਿਸਾਨ ਚੌਂਕ ਬਣਾਇਆ ਗਿਆ ਸੀ। ਉਹ ਰਾਤ ਨੂੰ ਕੁਝ ਲੋਕਾਂ ਵੱਲੋਂ ਤੋੜਿਆ ਗਿਆ, ਉਹਦੇ ਬਾਰੇ ਕਹਿਣਾ? ਉਹ ਚੌਂਕ ਬੜੀ ਖੁਸ਼ੀ ਦੀ ਗੱਲ ਹੈ ਜੀ, ਦੁਬਾਰਾ ਸਥਾਪਿਤ ਹੋ ਗਿਆ। ਡੀਸੀ ਸਾਹਿਬ ਦੀ ਮਨਜ਼ੂਰੀ ਤੋਂ ਬਾਅਦ ਉਹ ਚੌਂਕ ਦੁਬਾਰਾ ਸਥਾਪਿਤ ਹੋ ਗਿਆ ਔਰ ਉਹ ਸ਼ਹੀਦਾਂ ਦਾ ਸਮਾਰਕ ਆ, ਕਿਸਾਨ ਚੌਂਕ ਉਹਦਾ ਨਾਮ ਰੱਖਿਆ ਗਿਆ। ਉਸ ਤੋਂ ਪਹਿਲਾਂ ਉੱਥੇ ਕਿਸੇ ਤਰ੍ਹਾਂ ਦਾ ਕੋਈ ਚੌਂਕ ਨਹੀਂ ਸੀ, ਉਹਦਾ ਨਵਾਂ ਨਾਮਕਰਨ ਕਰਕੇ ਕਿਸਾਨ ਚੌਂਕ ਉੱਥੇ ਸਥਾਪਿਤ ਕਰਤਾ ਦੁਬਾਰਾ ਫਿਰ ਸਾਥੀਆਂ ਨੇ। ਇਹ ਅੱਜ ਦੀ ਅਪਡੇਟ ਹੈ ਜੀ। ਹੁਣ ਹੋਰ ਅੱਗੇ ਦਾ ਵੀ ਕਿਸਾਨ ਯੂਨੀਅਨ ਵੱਲੋਂ ਕੋਈ ਕਿਸਾਨ ਜਥੇਬੰਦੀਆਂ ਪ੍ਰੋਗਰਾਮ ਕੋਈ ਜਿਹੜਾ ਹੋਵੇ? ਜੋ ਵੀ ਪ੍ਰੋਗਰਾਮ ਹੋਏਗਾ, ਜਿਵੇਂ ਕੱਲ FCI ਨੂੰ ਘੇਰਨ ਦਾ ਹੈ, ਉਹ ਸਾਰੇ ਜਿੱਦਾਂ ਵੀ ਪ੍ਰੋਗਰਾਮ ਆਉਣਗੇ ਸਾਰੇ ਐਲਨਾਬਾਦ ਕਿਸਾਨ ਸੰਯੁਕਤ ਮੋਰਚਾ ਇਦਾਂ ਹੀ ਕਰੇਗਾ। ਬਾਕੀ ਅੱਜ ਵਾਲਾ ਪ੍ਰੋਗਰਾਮ ਜਿਹੜਾ ਸੀ ਇਹ ਸਰਕਾਰ ਨੂੰ ਇਹ ਦੱਸਣਾ ਹੈ ਕਿ ਲੋਕਤੰਤਰ ਜਿਹੜਾ ਲੱਠਤੰਤਰ ਨਹੀਂ ਹੁੰਦਾ। ਲੋਕਤੰਤਰ ਤੇ ਲੱਠਤੰਤਰ 'ਚ ਬੜਾ ਅੰਤਰ ਹੈ। ਲੋਕਤੰਤਰ ਦੇ ਵਿੱਚ ਸਰਕਾਰਾਂ ਜਿਹੜੀਆਂ ਆਮ ਬੰਦੇ ਦੀ ਗੱਲ ਸੁਣਦੀਆਂ ਨੇ, ਪਰ ਇਹ ਸਰਕਾਰ ਗੂੰਗੀ ਤੇ ਬਹਿਰੀ ਬੋਲੀ ਇੰਨੀ ਸਰਕਾਰ ਹੋ ਚੁੱਕੀ ਹੈ ਜਿਹੜੀ ਕਿ ਆਮ ਜਨ ਦੀ ਗੱਲ ਨੂੰ ਬਿਲਕੁਲ ਵੀ ਤਰਜੀਹ ਨਹੀਂ ਦੇ ਰਹੀ। ਐਵੇਂ ਦੀ ਸਰਕਾਰ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂਗਾ। ਧੰਨਵਾਦ ਜੀ। कल जो रोहतक में किसानों के साथ जो दुर्व्यवहार किया गया इस सरकार की तानाशाह रवैये ने, जबकि सरकार को पता है कि किसान कहीं भी इनका बीजेपी का कोई प्रोग्राम नहीं होने देगा, लेकिन उसके बावजूद इन्हें पिटाने के लिए इन्होंने फिर दोबारा जो है रोहतक में आने की कोशिश की और हमारे किसानों ने शांति प्रिय ढंग से उसको घेरने की कोशिश की। शांतिमय ढंग से 85-86 साल की उम्र के 90-90 साल के बुजुर्गों के सरों पर लाठियां मारी गई। किस प्रकार से संविधान की धज्जियां उड़ाई गई। ये संविधान में हमें अपना हक मांगने का पूरा अधिकार है, लेकिन हमारे हक छीने जा रहे हैं। हम तब तक डटे रहेंगे जब तक तीनों काले कानून वापस नहीं हो जाती और हम इनके पुतले भी फूटेंगे। कल भी इसके प्रदर्शन में एक हमारा प्रोग्राम MCI के सामने है, लेकिन जिस प्रकार की इन्होंने बर्बरता की इजहार से एक सोनाली फोगाट है जो ये कहती है कि मैं ये कहता हूँ कि उसको कम से कम बोलने से पहले अपनी मर्यादा तो समझनी चाहिए। एक लेडीज होकर क्या भाषा बोल रही है, मैं उस पर टिप्पणी नहीं करना चाहूँगा, क्योंकि इनकी तो मानसिकता ही ऐसी होगी, इनकी मानसिकता खराब हो चुकी है।
ऐसी भाषा नहीं करनी चाहिए। हमारे 85 साल के बुजुर्गों पर जो लाठियां बरसाई गई है रोहतक में, उसको एक एक लाठी का हम बदला लेकर रहेंगे। आज का जो प्रोटेस्ट है रोहतक के अंदर, जो हमारे किसान भाइयों के ऊपर लाठीचार्ज, इस भ्रष्ट निकम्मी और निपुषण सरकार ने जो ये हरकत की है, उसके विरोध के अंदर आज हमारे सारे व्यापारी, किसान, कर्मचारी, जो भी साथी हमारे साथ आए हैं, उसके विरोध में आज हम हरियाणा के मुख्यमंत्री मनोहर लाल खट्टर का पुतला फूंक के अपने विरोध का इजहार करेंगे। और आइंदा अगर हमारे किसानों के ऊपर किसी तरह का सरकार ने इस प्रकार का अत्याचार करने की कोशिश करी तो हम इससे ज़्यादा आंदोलन भी करेंगे। अगर हमें सड़कों भी रोकनी पड़ी, सड़कें भी रोकेंगे और पुरजोर विरोध करेंगे, क्योंकि हमारे किसान साथी जो है बड़े शांतिप्रिय ढंग से, हमारे जितने भी प्रोटेस्ट हुए हैं बड़े शांतिप्रिय ढंग से हुए हैं। और हम शांति का, ये हमारा आंदोलन है जो प्रतीक है, हम अहिंसा जो के साथ हम ये कर रहे हैं। लेकिन सरकार इसको और रूप दे करके हमारे किसानों के ऊपर अत्याचार कर रही है। ये अत्याचार हम सहन नहीं करेंगे। नहीं चलेगी, नहीं चलेगी, नहीं चलेगी। साथी हैं, हम ठोकरे खा करके सीखे हैं, तो मैं साथियों से निवेदन करूंगा कि कोई न कोई एक दिन हमें पुतला जरूर फूंकना इनका पड़ेगा। अगर पुतला फूंकने से मान गए जब तो ठीक है, नहीं तो हमें करना स्टेप जो है वो अगला चकना पड़ेगा। साथियों, मैं जो कल का प्रोग्राम बताने के लिए आपके बीच में आया था, मैं हाथ जोड़ करके निवेदन करूंगा साथियों, जिस भी भाई ने झंडे लिए यहाँ आते ही झंडे लिया करो, जाति दफे जो झंडे हैं कृपया प्लीज वो मैं आपसे प्रार्थना रिक्वेस्ट करता हूँ कि कृपया जमा करा दें, ताकि नित्य नई सामग्री हमें ना बनानी पड़े। वैसे तो सामग्री आपकी है, लेकिन फिर भी संभालना कुछ हमारा फर्ज बनता है। लाठी गोली की सरकार नहीं चलेगी, नहीं चलेगी, नहीं चलेगी।